ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪਣੀ ਲੜੀਵਾਰ ਚੱਲ ਰਹੀ ਹੈ ਵਿਚਾਰ ਅੱਗੇ ਆਰੰਭ ਕਰੀਏ। ਅੱਜ ਆਪਾਂ 6ਵੀਂ ਅਸ਼ਟਪਦੀ ਦੇ 8ਵੇਂ ਪਦੇ ਦੀ ਵਿਚਾਰ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਾਂ ਨੂੰ ਸਾਵਧਾਨ ਕਰ ਰਹੇ ਹਨ, ਕਿਉਂਕਿ ਸਾਡੇ ਮਨ ਦੇ ਅੰਦਰ ਕਈ ਵਾਰ ਸੂਖਮ ਜਿਹੜੀ ਹਉਮੈ ਹੈ ਇਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਸੇ ਇਨਸਾਨ ਦੇ ਉੱਪਰ ਉਸ ਮਾਲਕ ਨੇ ਕਿਰਪਾ ਕਰੀ, ਉਹਨੇ ਉਸ ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕੀਤਾ। ਕਿਸੇ ਦੇ ਉੱਪਰ ਕਿਰਪਾ ਕਰੀ, ਉਹਨੇ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜਾ ਕਾਲ ਦਾ ਦਾਇਰਾ ਹੈ ਇੰਨਾ ਬਰੀਕ ਆ, ਉਹ ਕਈ ਵਾਰ ਸਾਨੂੰ ਇਹ ਅੱਛੇ ਕਰਮ ਕਰਦਿਆਂ ਨੂੰ ਵੀ ਜੋ ਸਤਿਗੁਰ ਦੀ ਬਾਣੀ ਦਾ ਸਾਨੂੰ ਉਪਦੇਸ਼ ਆ ਕਿ ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਕਿ ਭਾਈ ਤੁਹਾਡਾ ਸਾਰਿਆਂ ਦਾ ਇਹ ਕਰਮ, ਤੁਸੀਂ ਆਪ ਦੇ ਉਸ ਮਾਲਕ ਦਾ ਨਾਮ ਜਪਣਾ ਵੀ ਹੈ ਤੇ ਦੂਸਰਿਆਂ ਨੂੰ ਵੀ ਜਪਾਉਣਾ, ਤੇ ਤੁਸੀਂ ਉਸ ਪਰਮਾਤਮਾ ਦੇ ਗੁਣ ਗਾ ਕੇ ਆਪਣੇ ਮਨ ਦੀ ਜਿਹੜੀ ਮੈਲ ਹੈ ਇਸ ਨੂੰ ਉਤਾਰਨ ਦਾ ਯਤਨ ਕਰਨਾ ਅਤੇ ਇਸ ਸੁੱਕੇ ਹੋਏ ਮਨ ਨੂੰ ਹਰਿਆ ਕਰਨ ਦਾ ਉਦਮ ਉਪਰਾਲਾ ਕਰਨਾ। ਕਿਉਂਕਿ ਗੁਣ ਗਾਵਤ ਤੇਰੀ ਉਤਰਤ ਮੈਲ, ਜਦੋਂ ਕੋਈ ਇਨਸਾਨ ਪ੍ਰਭੂ ਦੇ ਗੁਣ ਗਾਉਂਦਾ ਤਾਂ ਸਾਡੇ ਮਨ ਦੀ ਜਿਹੜੀ ਮੈਲ ਹੈ ਇਹ ਉਤਰਨੀ ਸ਼ੁਰੂ ਹੁੰਦੀ। ਗੁਣ ਗਾਵਤ ਮਨ ਹਰਿਆ ਹੋਵੇ, ਉਸ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਹੜਾ ਅਗਿਆਨਤਾ ਦੇ ਹਨੇਰੇ ਸਾਡਾ ਮਨ ਆਪਣੇ ਮੂਲ ਸੱਚ ਪਰਮਾਤਮਾ ਨਾਲੋਂ ਟੁੱਟ ਜਾਂਦਾ, ਜਿਉਂ ਹੀ ਆਪਦੇ ਮੂਲ ਦੇ ਨਾਲੋਂ ਅਸੀਂ ਟੁੱਟਦੇ ਹਾਂ ਤੇ ਇਹ ਸੁੱਕਣਾ ਸ਼ੁਰੂ ਹੋ ਜਾਂਦਾ। ਜਦੋਂ ਫਿਰ ਪ੍ਰਭੂ ਦੀ ਦਇਆ ਸਾਡੇ ਤੇ ਹੁੰਦੀ, ਆਪਾਂ ਉਸ ਮਾਲਕ ਦੇ ਗੁਣ ਗਾਉਂਦੇ ਹਾਂ, ਇਹ ਦੁਬਾਰੇ ਸਾਡੀ ਜੜ ਫਿਰ ਸਾਡੇ ਮੂਲ ਦੇ ਨਾਲ ਲੱਗਣੀ ਸ਼ੁਰੂ ਹੁੰਦੀ ਤੇ ਫਿਰ ਸੂਕੇ ਕਾਸ਼ਟ ਹਰਿਆ, ਫਿਰ ਇਹ ਸਾਡਾ ਦੁਬਾਰੇ ਮਨ ਹਰਿਆ ਹੋਣਾ ਸ਼ੁਰੂ ਹੁੰਦਾ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਹੋਵੇ। ਅਸੀਂ ਚੱਲੇ ਤਾਂ ਅੱਛੇ ਕਰਮ ਵੱਲ ਸੀ, ਜੋ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਪਰ ਕਈ ਵਾਰ ਕੀ ਹੁੰਦਾ ਸਾਨੂੰ ਪਤਾ ਨਹੀਂ ਲੱਗਦਾ। ਇਹ ਅੱਛੇ ਕਰਮ ਕਰਦਿਆਂ ਕਰਦਿਆਂ ਸਾਡੇ ਮਨ ਦੇ ਅੰਦਰ ਸੂਖਮ ਹਉਮੈ ਪੈਦਾ ਹੋ ਜਾਂਦੀ ਹੈ ਕਿ ਸਾਡੇ ਵਰਗਾ ਕੌਣ ਆ ਜੀ, ਅਸੀਂ ਤਾਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਸਾਡੇ ਵਰਗਾ ਕੌਣ ਆ, ਅਸੀਂ ਤਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ। ਸਾਡੇ ਵਰਗਾ ਕੌਣ ਆ, ਸਾਡੇ 'ਚ ਪ੍ਰਭੂ ਨੇ ਅੱਛੇ ਗੁਣ ਪੈਦਾ ਕਰਤੇ ਤੇ ਦੂਸਰਿਆਂ ਵੱਲ ਵੇਖ ਵੇਖ ਕੇ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਆਪਣੇ ਮਨ ਦੇ ਅੰਦਰ ਸੂਖਮ ਦੀ ਹਉਮੈ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਆ ਕਿ ਜੇ ਕੋਈ ਇਨਸਾਨ ਇਸ ਰਸਤੇ ਚੱਲਦਾ, ਉਹਦੇ ਕੀਤੇ ਹੋਏ ਜਿਹੜੇ ਕਰਮ ਆ ਉਹ ਨਿਸਫਲ ਨਾ ਹੋ ਜਾਣ, ਹੰਕਾਰ ਦੇ ਅੰਦਰ ਆ ਕੇ ਹਉਮੈ ਦੇ ਅੰਦਰ, ਉਹ ਸਾਨੂੰ ਬਚਾਉਣ ਵਾਸਤੇ ਕਿ ਸਾਡੇ ਮਨ ਦੇ ਅੰਦਰ ਹਉਮੈ ਨਾ ਆਵੇ, ਤਾਂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਭਾਈ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ।
कि जिन्हां इनसानां दे उत्ते उस मालिक दी दया हुंदी है, जिन्हां जीवां दे उपर उस प्रभु दी नज़र हुंदी है, ਉਹ ਕਿਰਪਾ ਕਰਕੇ ਉਹਨਾਂ ਨੂੰ ਆਪਣਾ ਨਾਮ ਜਪਾਉਂਦਾ ਹੈ। ਤੇ ਜਿਨ੍ਹਾਂ ਦੇ ਉੱਪਰ ਉਹਦੀ ਦਇਆ ਹੁੰਦੀ ਹੈ, ਜਿਨ੍ਹਾਂ ਨੂੰ ਉਹਨੇ ਸੁੱਖ ਸੰਸਾਰ ਦੇ ਅੰਦਰ ਦੇਣਾ, ਜਿਨ੍ਹਾਂ ਦਾ ਉਹਨੇ ਜੀਵਨ ਸਫਲ ਕਰਨਾ, ਜਿਨ੍ਹਾਂ ਦਾ ਉਹਨੇ ਸੁੱਕੇ ਹੋਏ ਮਨ ਨੂੰ ਹਰਿਆ ਭਰਿਆ ਕਰਨਾ, ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਪ੍ਰਭੂ ਦੇ ਗੁਣ ਗਾਉਣ ਦੀ ਤਾਕਤ ਬਖਸ਼ਿਸ਼ ਕਰ ਦਿੰਦਾ, ਤਾਂ ਕਿ ਸਾਡੇ ਮਨ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਹਉਮੈ ਨਾ ਆ ਜੇ। ਕਿਉਂਕਿ ਮਨ ਹੈ ਸਾਡਾ ਜਿਹੜਾ ਬਹੁਤ ਜਲਦੀ ਹਉਮੈ ਦਾ ਸ਼ਿਕਾਰ ਹੋ ਜਾਂਦਾ। ਇਸੇ ਕਰਕੇ ਭਗਤ ਕਬੀਰ ਜੀ ਨੇ ਆਪਣੇ ਪਾਵਨ ਬਚਨਾਂ ਅੰਦਰ ਸਾਨੂੰ ਇਹ ਗਿਆਨ ਦਿੱਤਾ। ਕਹਿੰਦੇ ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮਨ ਬੁਰਗਲੇ, ਮਾਨ ਸਭੇ ਕੋ ਖਾਏ। ਕਬੀਰ ਭਗਤ ਜੀ ਕਹਿੰਦੇ ਭਾਈ ਕੀ ਹੋ ਗਿਆ, ਜੇ ਤੂੰ ਇਹ ਸੰਸਾਰ ਦੀ ਮਾਇਆ ਦਾ ਤਿਆਗ ਕਰਤਾ। ਵੈਸੇ ਤਾਂ ਔਖੀ ਆ, ਦ੍ਰਿਸ਼ਟਮਾਨ ਮਾਇਆ ਤੋਂ ਖਹਿੜਾ ਨਹੀਂ ਛੁੱਟਦਾ। ਜੇ ਜੀਵ ਯਤਨ ਕਰਕੇ ਦ੍ਰਿਸ਼ਟਮਾਨ ਮਾਇਆ ਤੋਂ ਆਪਣਾ ਥੋੜਾ ਜਿਹਾ ਧਿਆਨ ਪਿੱਛੇ ਕਰਦਾ, ਤਾਂ ਜਿਹੜੀ ਸੂਖਮ ਮਾਇਆ ਹੈ, ਵਿਚਾਰਾਂ ਦੀ ਮਾਇਆ, ਉਹ ਸਾਡੇ ਉੱਪਰੋਂ ਆਪਣਾ ਪ੍ਰਭਾਵ ਨਹੀਂ ਛੱਡਦੀ। ਤਾਂ ਉਹਨਾਂ ਨੇ ਬਾਣੀ ਅੰਦਰ ਸਾਨੂੰ ਇਹ ਉਪਦੇਸ਼ ਦਿੱਤਾ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮਨ ਬਰਗਲੇ, ਮਾਨ ਸਭੇ ਕੋ ਖਾਏ। ਕਿ ਇਸ ਮਾਣ ਨੇ ਬਹੁਤ ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਖਾ ਲਏ, ਜਿਨ੍ਹਾਂ ਨੇ ਮਾਇਆ ਤਾਂ ਤਜਤੀ ਪਰ ਮਾਣ ਨਹੀਂ ਤਜਿਆ। ਇਸੇ ਕਰਕੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਪਾਵਨ ਸ਼ਬਦਾਂ ਦੁਆਰਾ ਸਾਡੇ ਤੇ ਇਹ ਕਿਰਪਾ ਕਰ ਰਹੇ ਆ ਕਿ ਭਾਈ ਜੇ ਤੁਸੀਂ ਪ੍ਰਭੂ ਦੇ ਗੁਣ ਗਾਉਣੇ ਹੋ, ਜੇ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ, ਇਹ ਵੀ ਉਸ ਮਾਲਿਕ ਦੀ ਦਇਆ ਸਮਝੋ। ਉਹ ਦ੍ਰਿਸ਼ਟੀ ਕਰਦਾ, ਤੁਹਾਡੇ ਤੇ ਨਜ਼ਰ ਕਰਦਾ, ਤਾਂ ਤੁਸੀਂ ਇਹ ਕਾਰਜ ਕਰ ਰਹੇ ਹੋ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਕਈ ਵਾਰ ਜੀਵ ਇਹਨਾਂ ਪੰਕਤੀਆਂ ਨੂੰ ਇਸ ਅਰਥ ਭਾਵ ਨਾਲ ਸਮਝ ਲੈਂਦੇ ਆ ਕਿ ਜਦੋਂ ਮਾਲਕ ਸਾਡੇ ਤੇ ਕਿਰਪਾ ਕਰੇਗਾ ਉਦੋਂ ਅਸੀਂ ਨਾਮ ਜਪਣਾ ਸ਼ੁਰੂ ਕਰਾਂਗੇ। ਜੇ ਮਾਲਕ ਸਾਡੇ ਤੇ ਕਿਰਪਾ ਕਰੇਗਾ ਤਾਂ ਅਸੀਂ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕਰਾਂਗੇ। ਪਰ ਉਹਨਾਂ ਵਿਚਾਰਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਸ ਮਾਲਿਕ ਨੇ ਤਾਂ ਸਾਨੂੰ ਅਕਲ ਦੀ ਕਲਾ ਦਿੱਤੀ ਹੋਈ ਹੈ, ਬੁੱਧੀ ਦਿੱਤੀ ਹੈ, ਜਿਹਦਾ ਅਸੀਂ ਠੀਕ ਇਸਤੇਮਾਲ ਕਰਨਾ। ਤੇ ਸਾਨੂੰ ਇਹ ਵੀ ਸਮਝਾਇਆ ਗਿਆ ਕਿ ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਹੋਰ ਕੰਮਾਂ ਵਾਸਤੇ ਉਦਮ ਕਰਦੇ ਹੋ, ਆਪਾਂ ਸਾਰੇ ਜੀਵ ਜਿਹੋ ਜਿਹੀ ਕਿਰਤ ਕਿਸੇ ਨੂੰ ਮਿਲੀ ਹੋਈ ਆ, ਉਸ ਹਿਸਾਬ ਦੇ ਨਾਲ ਆਪਾਂ ਬੜੇ ਉਦਮ ਕਰ ਰਹੇ ਹਾਂ। ਕਿਉਂਕਿ ਸਾਨੂੰ ਇਸ ਗੱਲ ਦਾ ਗਿਆਨ ਕਿ ਜੇ ਅਸੀਂ ਕਿਰਤ ਨਾਲ ਨਹੀਂ ਜੁੜਦੇ, ਸੰਸਾਰ ਦੇ ਕਰਮ ਨਾਲ ਨਹੀਂ ਜੁੜਦੇ, ਤਾਂ ਸਾਡੇ ਕੋਲੇ ਸੰਸਾਰ ਦਾ ਪੈਸਾ ਆਵੇਗਾ ਨਹੀਂ। ਜੇ ਸੰਸਾਰ ਦਾ ਪੈਸਾ ਸਾਡੇ ਕੋਲੇ ਨਹੀਂ ਤਾਂ ਸਾਡਾ ਜਿਹੜਾ ਜੀਵਨ ਹੈ ਉਹ ਠੀਕ ਢੰਗ ਨਾਲ ਚੱਲੇਗਾ ਨਹੀਂ। ਰੋਟੀ, ਕੱਪੜਾ ਔਰ ਮਕਾਨ ਸਮਾਜ ਦੀਆਂ ਲੋੜਾਂ ਨੇ, ਉਹਨਾਂ ਵਾਸਤੇ ਇਹ ਦ੍ਰਿਸ਼ਟਮਾਨ ਸਾਨੂੰ ਸਾਰਾ ਖੇਲ ਦਿਖਾਈ ਦੇ ਰਿਹਾ। ਉਹਦੀ ਪੂਰਤੀ ਵਾਸਤੇ ਹਰੇਕ ਇਨਸਾਨ ਜਿਹੋ ਜਿਹੀ ਕਿਰਤ ਭਗਵਾਨ ਨੇ ਕਿਸੇ ਨੂੰ ਬਖਸ਼ੀ ਹੈ, ਕੋਈ ਖੇਤੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਬਿਜ਼ਨਸ ਕਰਦਾ, ਜਿਹੋ ਜਿਹਾ ਕਿਸੇ ਦਾ ਕਰਮ ਹੈ, ਆਪਾਂ ਬੜੇ ਉਦਮ ਦੇ ਨਾਲ ਕਰ ਰਹੇ ਹਾਂ। ਜੇ ਉਹ ਕਰਮ ਅਸੀਂ ਉਦਮ ਦੇ ਨਾਲ ਕਰ ਰਹੇ ਹਾਂ ਤਾਂ ਅਗਿਆਨਤਾ ਦੇ ਹਨੇਰੇ ਜਿਹੜਾ ਸਾਡਾ ਜ਼ਰੂਰੀ ਕਰਮ ਆ, ਉਹ ਅਸੀਂ ਇਹ ਕਹਿ ਦਿੰਦੇ ਹਾਂ ਕਿ ਜਦੋਂ ਮਾਲਕ ਸਾਡੇ ਤੇ ਕਿਰਪਾ ਕਰੂ ਅਸੀਂ ਤਾਂ ਕਰਾਂਗੇ।
ਭਰਾਵੋ, ਜਦੋਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ, ਗੁਰਬਾਣੀ ਦੇ ਅੰਦਰ ਵਾਰ-ਵਾਰ ਸਾਨੂੰ ਸਮਝਾ ਰਹੇ ਆ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੁਖ ਨਾਹੀ ਬਿਨ ਹਰਿ ਕੇ ਨਾਮ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਬਿਨ ਨਾਵੇ ਜਗ ਕਮਲਾ ਫਿਰੈ। ਪਾਤਸ਼ਾਹ ਤਾਂ ਗੁਰਬਾਣੀ ਅੰਦਰ ਜਾਂ ਜਿਹੜੇ ਦੂਸਰੇ ਧਰਮਾਂ 'ਚ ਪੈਦਾ ਹੋਏ ਲੋਕ ਨੇ, ਉਹਨਾਂ ਦੇ ਧਰਮਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ, ਵਾਰ-ਵਾਰ ਉਪਦੇਸ਼ ਦੇ ਰਹੇ ਆ। ਜਾਂ ਤਾਂ ਫਿਰ ਸਾਡੇ ਮਨ ਦੇ ਅੰਦਰ ਇੰਨਾ ਭਰੋਸਾ ਹੋਵੇ ਕਿ ਅਸੀਂ ਬੈਠ ਕੇ ਸੰਸਾਰ ਦਾ ਕੋਈ ਕਰਮ ਵੀ ਨਹੀਂ ਕਰਨਾ, ਅਸੀਂ ਭੋਜਨ ਵੀ ਨਹੀਂ ਛਕਣਾ ਜਿੰਨਾ ਚਿਰ ਪ੍ਰਮਾਤਮਾ ਸਾਡੇ ਸਾਹਮਣੇ ਆ ਕੇ ਕਹਿੰਦਾ ਨਹੀਂ ਕਿ ਭਾਈ ਤੂੰ ਕੰਮ ਕਰਨ ਜਾ ਜਾਂ ਤੂੰ ਭੋਜਨ ਛਕ। ਉੱਧਰ ਅਸੀਂ ਆਪਣੀ ਮਤ ਦਾ ਬਹੁਤ ਇਸਤੇਮਾਲ ਕਰਦੇ ਹਾਂ। ਸਮਾਂ ਹਰੇਕ ਇਨਸਾਨ ਅੱਜ ਦੇ ਸਮੇਂ ਦੇ ਅੰਦਰ ਕਿਰਤ ਨਾਲ ਜੁੜ ਰਿਹਾ। ਉਹਨੂੰ ਭੇਜਦਾ ਕਿ ਕਿਰਤ ਤੋਂ ਬਗੈਰ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲੇਗਾ। ਭੋਜਨ ਦਾ ਸਰੀਰ ਦੇ ਦਾ ਗਿਆਨ ਕਿ ਜੇ ਸਰੀਰ ਨੂੰ ਅੱਛਾ ਭੋਜਨ ਨਹੀਂ ਮਿਲਿਆ ਤਾਂ ਇਹ ਠੀਕ ਨਹੀਂ ਰਹੇਗਾ। ਤੇ ਨਾਲ ਦੀ ਨਾਲ ਫਿਰ ਪਾਤਸ਼ਾਹ ਨੇ ਸਾਨੂੰ ਸੰਗਤ ਦੇ ਵਿੱਚ ਆ ਕੇ ਇਹੋ ਸੋਝੀ ਲੈਣ ਵਾਸਤੇ ਕਿਹਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਕਿ ਉਦਮ ਕਰਿੰਦਿਆਂ ਜੀਓ, ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭ ਮਿਲ, ਉਤਰੈ ਮਨ ਕੀ ਚਿੰਤ। ਪਾਤਸ਼ਾਹ ਨੇ ਇਹ ਸਾਨੂੰ ਗਿਆਨ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਹੋਰ ਕਰਮਾਂ ਦਾ ਉਦਮ ਕਰਦੇ ਹੋ, ਇਸੇ ਤਰ੍ਹਾਂ ਭਾਈ ਪ੍ਰਮਾਤਮਾ ਦੇ ਨਾਮ ਜਪਣ ਲਈ ਵੀ ਉਦਮ ਕਰਿਆ ਕਰੋ। ਉਦਮ ਕਰਿੰਦਿਆਂ ਜੀਓ, ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭ ਮਿਲ, ਉਤਰੈ ਮਨ ਕੀ ਚਿੰਤ। ਕਿ ਜਦੋਂ ਪ੍ਰਮਾਤਮਾ ਨੂੰ ਧਿਆਵੇਂਗਾ, ਜਿਹੜਾ ਸਾਰਿਆਂ ਨਾਲੋਂ ਵੱਡਾ ਰੋਗ ਹੈ ਚਿੰਤਾ ਦਾ ਰੋਗ, ਜਿਹਨੂੰ ਵਿਦਵਾਨ ਬਜ਼ੁਰਗਾਂ ਨੇ ਚਿਖਾ ਦੇ ਸਮਾਨ ਮੰਨਿਆ, ਉਹ ਵੀ ਤੇਰਾ ਦੂਰ ਹੋ ਜਾਊਗਾ। ਇੱਥੇ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਆ ਕਿ ਜੇ ਤੁਸੀਂ ਇਹ ਕਰਮ ਕਰਦੇ ਹੋ, ਪ੍ਰਭੂ ਦਾ ਨਾਮ ਜਪਦੇ ਹੋ, ਪਰਮਾਤਮਾ ਦੇ ਗੁਣ ਗਾਉਂਦੇ ਹੋ, ਤੁਹਾਡੇ ਇਹਨਾਂ ਕੀਤੇ ਹੋਏ ਕਰਮਾਂ ਨੂੰ ਫਲ ਲੱਗ ਜਾਵੇ, ਵਿਅਰਥ ਨਾ ਚਲੇ ਜਾਣ, ਕਿਤੇ ਹਉਮੈ ਦਾ ਸ਼ਿਕਾਰ ਨਾ ਹੋ ਜਿਓ, ਉੱਥੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਕੇ ਰਹੋ ਕਿ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਿ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਹੁਣ ਪਾਤਸ਼ਾਹ ਸਮਝਾ ਰਹੇ ਆ ਗੁਰਬਾਣੀ ਦੇ ਅੰਦਰ ਕਿ ਜਦੋਂ ਤੁਸੀਂ ਇਹ ਕਰਮ ਕਰਨਾ, ਪ੍ਰਭੂ ਦੇ ਗੁਣ ਗਾਉਂਦੇ ਹੋ, ਪਰਮਾਤਮਾ ਦਾ ਨਾਮ ਜਪਦੇ ਹੋ, ਤੁਹਾਡੇ ਤੇ ਇਹ ਕਰਮ ਕਰਦੇ ਕਰਦੇ ਜਦੋਂ ਤੁਸੀਂ ਹਉਮੈ ਤੋਂ ਰਹਿਤ ਹੁੰਦੇ ਜਾਓਗੇ, ਮਾਲਕ ਇੱਕ ਕਿਰਪਾ ਕਰੇਗਾ। ਕੀ ਕਿਰਪਾ ਕਰੇਗਾ? ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼। ਤੁਹਾਡੇ ਇਸ ਮਨ ਦੇ ਅੰਦਰ, ਤੁਹਾਡੇ ਇਸੇ ਸਰੀਰ ਦੇ ਅੰਦਰ ਜਿਹੜੇ ਤਾਂ ਵਿਦਵਾਨ ਲੋਕ ਨੇ, ਉਹਨਾਂ ਦੀ ਵੀ ਚਲੋ ਠੀਕ ਆ, ਇੱਥੇ ਤੱਕ ਗੱਲ। ਜਿਹੜੇ ਭਗਤੀ ਮਾਰਗ ਤੋਂ ਦੂਰ ਨੇ, ਉਹ ਕਹਿੰਦੇ ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਪਰ ਜਿਉਂ-ਜਿਉਂ ਆਪਾਂ ਹੋਰ ਗਹਿਰਾਈ ਦੇ ਅੰਦਰ ਚੱਲਾਂਗੇ, ਜੋ ਮਾਲਕ ਸਾਡੇ ਅੰਦਰ ਪ੍ਰਕਾਸ਼ ਰੂਪ, ਸਾਡਾ ਮੋਹ ਨਿਰੰਕਾਰ ਬੈਠਾ ਇਸੇ ਸਰੀਰ ਦੇ ਅੰਦਰ ਹੀ, ਸਾਰਿਆਂ ਦੇ ਅੰਦਰ ਵਿਰਾਜਮਾਨ, ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਤੇ ਉਹ ਮਾਲਕ ਦਾ ਸਾਡੇ ਹਿਰਦੇ ਦੇ ਅੰਦਰ, ਸਾਡੇ ਮਨ ਦੇ ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਊਗਾ। ਜੋ ਸਾਡੇ ਜੀਵਨ ਦੀ ਕਹਾਣੀ ਆ, ਕਿਉਂਕਿ ਜੇ ਇੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਆਪਣੇ ਮੂਲ ਤੱਕ, ਤਾਂ ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ। ਕਿਉਂਕਿ ਇਸੇ ਕਰਮ ਵਾਸਤੇ ਸਾਡੀ ਵਾਰੀ ਮਨੁੱਖ ਦੇਹ ਦੀ ਦੱਸੀ ਗਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ।
ਕਹਿੰਦੇ ਜਦੋਂ ਤੁਸੀਂ ਹਉਮੈ ਤੋਂ ਰਹਿਤ ਹੋ ਕੇ ਪ੍ਰਮਾਤਮਾ ਦਾ ਨਾਮ ਜਪੀ ਚੱਲੋਗੇ, ਉਹਦੇ ਗੁਣ ਗਾਈ ਚੱਲੋਗੇ, ਉਸ ਮਾਲਿਕ ਦੀ ਕਿਰਪਾ ਤੁਹਾਡੇ ਤੇ ਹੋਵੇਗੀ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼। ਤੁਹਾਡੇ ਇਸੇ ਸਰੀਰ ਦੇ ਅੰਦਰ ਮਾਲਕ ਪ੍ਰਗਟ ਹੋ ਜਾਵੇਗਾ, ਜਿਹਦੇ ਨਾਲੋਂ ਤੁਹਾਡਾ ਜਨਮ ਸਮੇਂ ਤੋਂ ਵਿਛੋੜਾ ਪਿਆ, ਦੁਬਾਰਾ ਤੁਹਾਡਾ ਮਿਲਾਪ ਹੋਣਾ ਸ਼ੁਰੂ ਹੋ ਜਾਏਗਾ। ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ, ਗੁਣ ਗਾਉਂਦਿਆਂ ਗਾਉਂਦਿਆਂ ਤੁਹਾਡੇ ਅੰਦਰ ਪ੍ਰਮਾਤਮਾ ਦੇ ਸੱਚ ਗਿਆਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਊਗਾ। ਤੁਸੀਂ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣਦੇ ਹੋਏ ਤੁਹਾਡੇ ਮਨ ਦੀ ਅਤੇ ਪ੍ਰਮਾਤਮਾ ਦੀ ਜੋਤ ਇੱਕਮਿਕ ਹੋ ਜਾਏਗੀ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਉਸ ਪਰਮਾਤਮਾ ਦੀ ਦਇਆ ਦੇ ਨਾਲ ਸਾਡਾ ਜਿਹੜਾ ਹਿਰਦੇ ਦਾ ਕਮਲ ਫੁੱਲ ਆ, ਕਿਸੇ ਨੇ ਇਸ ਨੂੰ ਕਮਲ ਫੁੱਲ ਕਿਹਾ, ਵੱਖ ਵੱਖ ਨਾਂ ਦਿੱਤੇ ਗਏ ਆ, ਕਿਸੇ ਨੇ ਭਾਂਡੇ ਦਾ ਨਾਂ ਦਿੱਤਾ। ਕਹਿੰਦੇ ਇਹਦੇ ਅੰਦਰ ਖੇੜਾ ਆਉਣਾ ਸ਼ੁਰੂ ਹੋ ਜਾਊਗਾ। ਪ੍ਰਭੂ ਦਇਆ ਤੇ ਕਮਲ ਵਿਗਾਸ। ਹੁਣ ਮੁਸ਼ਕਲ ਕਿਹੜੀ ਗੱਲ ਦੀ ਆ? ਆਮ ਜੀਵਨ ਦੇ ਮਨ ਦੇ ਅੰਦਰ ਖੇੜਾ ਨਹੀਂ ਹੈ। ਭਾਵੇਂ ਸੰਸਾਰ ਦੇ ਬਹੁਤ ਸਾਰੇ ਸਾਧਨ ਨੇ ਸੁੱਖ ਸਹੂਲਤਾਂ ਸਾਨੂੰ ਦੇਣ ਵਾਸਤੇ, ਪਰ ਜ਼ਿਆਦਾਤਰ ਜੀਵਾਂ ਦੇ ਜਿਹੜੇ ਚਿਹਰੇ ਨੇ ਉਹ ਮੁਰਝਾਏ ਰਹਿੰਦੇ ਆ, ਕਿਉਂਕਿ ਮਨ ਦੇ ਅੰਦਰ ਕੋਈ ਨਾ ਕੋਈ ਜਿਹੜਾ ਦੁੱਖ ਆ ਉਹ ਸਾਡੇ ਮਨ ਨੂੰ ਫੜੀ ਬੈਠਾ। ਜਿੰਨਾ ਚਿਰ ਸਾਡੇ ਮਨ ਦੇ ਅੰਦਰ ਖੇੜਾ ਨਹੀਂ, ਤਨ ਦੇ ਉੱਪਰ ਸਾਡੇ ਖੇੜਾ ਆਵੇਗਾ ਨਹੀਂ। ਜਿਵੇਂ ਆਮ ਜੀਵ ਇੱਥੋਂ ਤੱਕ ਆਪਾਂ ਪਛਾਣ ਕਰ ਜਾਂਦੇ ਹਾਂ, ਜਿਹਦੇ ਨਾਲ ਆਪਣਾ ਪਿਆਰ ਹੋਵੇ, ਉਹਦਾ ਚਿਹਰਾ ਵੇਖ ਕੇ ਆਪਾਂ ਦੱਸ ਦਿੰਦੇ ਹਾਂ ਕਿ ਅੱਜ ਭਾਈ ਕੋਈ ਕਾਰਨ ਆ, ਤੇਰਾ ਚਿਹਰਾ ਉਦਾਸ ਹੈ। ਕਿਉਂਕਿ ਜਿਹੜੇ ਇਨਸਾਨ ਦੇ ਅੰਦਰ ਕਿਸੇ ਨਾ ਕਿਸੇ ਦੁੱਖ ਦਾ ਕਾਰਨ, ਕਿਸੇ ਨਾ ਕਿਸੇ ਚੀਜ਼ ਦਾ ਫਿਕਰ, ਉਹ ਚਿਹਰੇ ਤੋਂ ਜਿੰਨੀਆਂ ਮਰਜ਼ੀ ਭਾਵੇਂ ਹੱਸ ਹੱਸ ਕੇ ਗੱਲਾਂ ਕਰੀ ਜਾਵੇ, ਪਰ ਉਹਦੇ ਚਿਹਰੇ ਤੋਂ ਜਿਹੜੀ ਦੁੱਖ ਆ, ਉਦਾਸੀ ਆ, ਉਹ ਸਾਹਮਣੇ ਦਿਸ ਰਹੀ ਹੁੰਦੀ ਹੈ। ਇਸੇ ਕਰਕੇ ਮਾਲਕ ਦੀ ਗੁਰਬਾਣੀ ਅੰਦਰ ਸਾਨੂੰ ਗਿਆਨ ਦਿੱਤਾ ਗਿਆ ਕਿ ਆਪਣਾ ਜਿਹੜਾ ਮੁਖ ਹੈ, ਚਿਹਰਾ ਹੈ, ਇਹ ਸਾਡੇ ਮਨ ਦਾ ਸ਼ੀਸ਼ਾ। ਜੇ ਸਾਡਾ ਮਨ ਖੁਸ਼ ਆ ਤਾਂ ਸਾਡੇ ਚਿਹਰੇ ਤੋਂ ਪਤਾ ਲੱਗ ਜੂਗਾ। ਜੇ ਸਾਡੇ ਮਨ ਦੇ ਅੰਦਰ ਕੋਈ ਦੁੱਖ ਆ ਤਾਂ ਵੀ ਸਾਡੇ ਚਿਹਰੇ ਤੋਂ ਪਤਾ ਲੱਗ ਜੂਗਾ। ਇਨਸਾਨ ਜਿੰਨਾ ਮਰਜ਼ੀ ਉਸ ਗੱਲ ਨੂੰ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕਰੇ, ਪਰ ਸਾਹਮਣੇ ਜ਼ਾਹਰ ਹੋ ਜਾਂਦੀ ਆ। ਜਿਹੜੇ ਬੁੱਧੀਵਾਨ ਲੋਕ ਆ ਉਹ ਸਾਡੇ ਚਿਹਰੇ ਨੂੰ ਪੜ੍ਹ ਲੈਂਦੇ ਆ। ਹੁਣ ਪਾਤਸ਼ਾਹ ਇੱਥੇ ਸਮਝਾ ਰਹੇ ਆ, ਪ੍ਰਭੂ ਦਇਆ ਤੇ ਕਮਲ ਵਿਗਾਸ। ਜਦੋਂ ਸਾਡੇ ਤੇ ਮਾਲਿਕ ਦੀ ਦਇਆ ਹੁੰਦੀ ਆ, ਕਿਉਂਕਿ ਆ ਜਿਹੜਾ ਆਪਾਂ ਬ੍ਰਹਮ ਦੀ ਵਿਚਾਰ, ਬ੍ਰਹਮ ਕਹਿੰਦੇ ਨੇ ਸਾਡੇ ਮੂਲ ਨੂੰ, ਸੱਚ ਨੂੰ, ਪਰਮਾਤਮਾ ਨੂੰ, ਕਿਉਂ ਵਾਰ-ਵਾਰ ਸਾਨੂੰ ਗੁਰਬਾਣੀ ਪੜ੍ਹਨ ਦਾ ਹੁਕਮ ਕੀਤਾ ਗਿਆ, ਨਿਤਨੇਮ? ਕਿਉਂ ਸਾਨੂੰ ਵਾਰ-ਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਹੁਕਮ ਕੀਤਾ ਗਿਆ? ਕਿਉਂਕਿ ਜਦੋਂ ਤੁਸੀਂ ਵਾਰ-ਵਾਰ ਪ੍ਰਭੂ ਦੀ ਉਸਤਤ ਬਾਣੀ ਪੜ੍ਹ ਕੇ ਕਰੋਗੇ, ਗਿਆਨ ਲਵੋਗੇ, ਤੇ ਵਾਰ-ਵਾਰ ਪਰਮਾਤਮਾ ਦੀ ਸਿਫਤ ਸਲਾਹ ਸੁਣੋਗੇ, ਵਾਰ-ਵਾਰ ਉਸ ਪਰਮਾਤਮਾ ਦੇ ਨਾਮ ਨੂੰ ਜਪੋਗੇ, ਇਹ ਤੁਹਾਡੇ ਹਿਰਦੇ ਦਾ ਜਿਹੜਾ ਕਮਲ ਫੁੱਲ ਆ ਉਹ ਸਿੱਧਾ ਹੋਣਾ ਸ਼ੁਰੂ ਹੋ ਜਾਊਗਾ। ਜਿਹਦੇ ਬਾਰੇ ਪਾਤਸ਼ਾਹ ਗੁਰਬਾਣੀ ਅੰਦਰ ਆਪਾਂ ਨੂੰ ਸਮਝਾ ਰਹੇ ਹਨ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ। ਕਿ ਤੁਹਾਡੇ ਹਿਰਦੇ ਦਾ ਜਿਹੜਾ ਕਮਲ ਫੁੱਲ ਹੈ ਇਹ ਪੁੱਠਾ ਹੋਇਆ ਹੋਇਆ, ਇਹ ਸਿੱਧਾ ਕਿਵੇਂ ਹੋਵੇਗਾ? ਇਹ ਖੇੜੇ ਦੇ ਅੰਦਰ ਕਿਵੇਂ ਆਵੇਗਾ? ਜਿਹੜਾ ਇਹ ਮੁਰਝਾਇਆ ਰਹਿੰਦਾ ਤੁਹਾਡੇ ਮਨ ਦਾ ਫੁੱਲ, ਇਹ ਖਿੜੇਗਾ ਕਿਵੇਂ? ਇਹ ਸਿੱਧਾ ਕਿਵੇਂ ਹੋਵੇਗਾ? ਉਹ ਪਾਤਸ਼ਾਹ ਨੇ ਸਾਨੂੰ ਫਿਰ ਸਾਧਨ ਦੱਸਿਆ, ਕਹਿੰਦੇ ਉਲਟਿਓ ਕਮਲ ਬ੍ਰਹਮ ਵਿਚਾਰ। ਜਦੋਂ ਤੁਸੀਂ ਵਾਰ-ਵਾਰ ਪਰਮਾਤਮਾ ਦੀ, ਬ੍ਰਹਮ ਦੀ ਵਿਚਾਰ ਦੇ ਨਾਲ ਜੁੜੋਗੇ,
ये सिद्धा होना शुरू हो जाऊगा। ਜਦੋਂ ਇਹ ਸਿੱਧਾ ਹੋ ਗਿਆ ਫਿਰ ਇਹਦੀ ਨਿਸ਼ਾਨੀ ਕੀ ਆ? ਕਹਿੰਦੇ ਅੰਮ੍ਰਿਤ ਧਾਰ ਗਗਨ ਦਸ ਦੁਆਰ। ਤੁਹਾਡੇ ਇਸੇ ਸਰੀਰ ਦੇ ਅੰਦਰੋਂ 10ਵੇਂ ਦੁਆਰ ਦੇ ਵਿੱਚੋਂ ਅੰਮ੍ਰਿਤ ਦੀ ਧਾਰ ਪੈਣੀ ਸ਼ੁਰੂ ਹੋ ਜਾਊਗੀ। ਤੁਹਾਡੀ ਰਸਨਾ ਦੇ ਉੱਪਰ ਪਰਮਾਤਮਾ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਊਗਾ। ਤੁਹਾਡੇ ਮਨ ਨੂੰ ਮਨ ਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਊਗੀ। ਫਿਰ ਇਹ ਖੇੜੇ ਦੇ ਅੰਦਰ ਰਹਿਣਾ ਸ਼ੁਰੂ ਹੋ ਜਾਊਗਾ। ਇਹ ਨਿਸ਼ਾਨੀ ਦੱਸੀ ਗਈ ਆ ਜਦੋਂ ਕਿਸੇ ਇਨਸਾਨ ਦੇ ਅੰਮ੍ਰਿਤ ਧਾਰ ਗਗਨ ਦਸ ਦੁਆਰ ਆ ਸਾਡੇ 10ਵੇਂ ਦੁਆਰ ਦੇ ਅੰਦਰੋਂ ਅੰਮ੍ਰਿਤ ਦੀ ਧਾਰ ਦੀ ਸਾਨੂੰ ਪ੍ਰਾਪਤੀ ਹੋ ਗਈ, ਜਿੱਥੇ ਅਸੀਂ ਅੰਮ੍ਰਿਤ ਧਾਰੀ ਬਣ ਜਾਣਾ। ਜਿਹਦੇ ਬਾਰੇ ਪਾਤਸ਼ਾਹ ਸਮਝਾ ਰਹੇ ਹਨ, ਅੰਮ੍ਰਿਤ ਧਾਰੀ ਹਮਰੀ ਪਿਆਰੀ। ਜਦੋਂ ਕਿਸੇ ਜੀਵ ਰੂਪੀ ਇਸਤਰੀ ਨੂੰ ਇਸ ਗੱਲ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪਾਤਸ਼ਾਹ ਸਮਝਾ ਰਹੇ ਹਨ, ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ। ਕਹਿੰਦੇ ਕਿਸੇ ਗੱਲ ਦਾ ਭਰਮ ਨਾ ਕਰਜੋ। ਅੱਜ ਜ਼ਿਆਦਾਤਰ ਜੀਵ ਇਹਨਾਂ ਗੱਲਾਂ ਤੋਂ ਦੂਰ ਚਲੇ ਗਏ, ਕਿਉਂਕਿ ਅਸੀਂ ਬੈਠ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦੇ। ਜੇ ਕਰਦੇ ਹਾਂ ਤਾਂ ਅਸੀਂ ਜੁਗਤੀ ਅਨੁਸਾਰ ਨਹੀਂ ਕਰਦੇ। ਤੇ ਇਸੇ ਕਰਕੇ ਮਹਾਰਾਜ ਨੇ ਸਾਨੂੰ ਸਮਝਾਇਆ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਤੇ ਜੇ ਅਸੀਂ ਕਰਦੇ ਵੀ ਹਾਂ ਤਾਂ ਸਾਡਾ ਧਿਆਨ ਨਹੀਂ ਜੁੜਦਾ। ਜਿੰਨਾ ਚਿਰ ਹੁਣ ਸਾਡੀ ਸੁਰਤੀ ਇਹ ਧਿਆਨ ਦੇ ਨਾਲ ਪਰਮਾਤਮਾ ਦੇ ਨਾਲ ਨਹੀਂ ਜੁੜਦਾ, ਉਨਾ ਚਿਰ ਸਾਡੇ ਤੇ ਉਹ ਕਿਰਪਾ ਨਹੀਂ ਹੁੰਦੀ ਜਿਹੜੀ ਕਿਰਪਾ ਦੀ ਅਸੀਂ ਆਸ ਲੈ ਕੇ ਧਰਮ ਦੇ ਰਸਤੇ ਚੱਲ ਰਹੇ ਹਾਂ। ਤੋ ਪਾਤਸ਼ਾਹ ਫਿਰ ਗੁਰਬਾਣੀ ਅੰਦਰ ਸਾਨੂੰ ਸਮਝਾ ਰਹੇ ਆ ਕਿ ਜਦੋਂ ਤੁਸੀਂ ਉਸ ਮਾਲਿਕ ਦੀ ਦਇਆ ਦੇ ਪਾਤਰ ਬਣ ਗਏ, ਕਿਉਂਕਿ ਪਰਮਾਤਮਾ ਕਿਹਦੇ ਤੇ ਖੁਸ਼ ਆ? ਜਿਹੜਾ ਉਹਦੇ ਹੁਕਮ ਦੇ ਅੰਦਰ ਚੱਲਦਾ। ਤੇ ਆ ਗੁਰਬਾਣੀ ਕੀ ਆ? ਉਸ ਮਾਲਕ ਦਾ ਹੁਕਮ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ, ਗਿਆਨ ਦੇ ਲਾਲੋ। ਸਾਨੂੰ ਇੱਕ ਸੁਨੇਹਾ ਮਿਲ ਰਿਹਾ। ਪਹਿਲਾਂ ਗੁਰੂ ਸਾਹਿਬਾਨਾਂ ਨੇ ਸਰੀਰ ਅੰਦਰ ਆ ਕੇ, ਭਗਤਾਂ ਨੇ ਸਰੀਰਾਂ ਅੰਦਰ ਆ ਕੇ ਸਾਨੂੰ ਗਿਆਨ ਦਿੱਤਾ। ਹੁਣ ਉਹੀ ਉਪਦੇਸ਼ ਸਾਨੂੰ ਸ਼ਬਦਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਮਿਲ ਰਿਹਾ। ਸ਼ਬਦਾਂ ਮਾਹੀ ਬਖਾਣੀਏ ਬਿਰਲਾ ਤਾਂ ਬੁੱਝੈ ਕੋਏ। ਹੁਣ ਅੱਜ ਸਮਾਜ ਦਾ, ਸੰਸਾਰ ਦਾ ਵਿਹਾਰ ਇਹੋ ਜਿਹਾ ਬਣ ਗਿਆ ਕਿ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਤਾਂ ਬਹੁਤ ਹਾਂ ਪਰ ਧਿਆਨ ਨਹੀਂ ਦਿੰਦੇ। ਜਾਂ ਪੜ੍ਹਨ ਵੇਲੇ ਮਨ ਦੇ ਅੰਦਰ ਬਹੁਤ ਕਾਹਲੀ ਹੁੰਦੀ ਹੈ, ਅਸੀਂ ਖੋਜ ਤੋਂ ਦੂਰ ਚਲੇ ਗਏ। ਜਦੋਂ ਅਸੀਂ ਖੋਜੀ ਬਣ ਕੇ ਪੜ੍ਹਨਾ ਸ਼ੁਰੂ ਕਰ ਦਿਆਂਗੇ ਤਾਂ ਸਾਡੇ ਆ ਕੀਤੇ ਹੋਏ ਜਿਹੜੇ ਕਰਮ ਆ ਇਹ ਸਫਲ ਹੋਣੇ ਸ਼ੁਰੂ ਹੋ ਜਾਣਗੇ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਜਦੋਂ ਮਾਲਿਕ ਨੇ ਦਇਆ ਕੀਤੀ ਸਾਡੇ ਦੇ ਉੱਪਰ, ਕਿਉਂਕਿ ਦਇਆ ਦਾ ਸਾਗਰ ਸਾਡੇ ਹਿਰਦੇ ਦਾ ਜਿਹੜਾ ਕਮਲ ਫੁੱਲ ਆ ਉਹ ਖਿੜ ਜੂਗਾ, ਸਾਡੇ ਮਨ ਦੇ ਅੰਦਰ ਖੇੜਾ ਆਊਗਾ। ਜਿਹੜੇ ਇਨਸਾਨ ਦੇ ਮਨ ਦੇ ਅੰਦਰ ਖੇੜਾ ਹੈ ਉਹ ਤੋਂ ਵੱਡਾ ਸੰਸਾਰ 'ਚ ਕੋਈ ਸੁਖੀ ਇਨਸਾਨ ਨਹੀਂ ਤੁਹਾਨੂੰ ਲੱਭੇਗਾ। ਅੱਜ ਕੋਈ ਵਿਰਲਾ ਵਿਰਲਾ ਇਨਸਾਨ ਦਿਸੇਗਾ ਜਿਹੜਾ ਖੇੜੇ ਦੇ ਅੰਦਰ ਰਹਿੰਦਾ, ਅੰਦਰੋਂ ਖੁਸ਼ ਹੈ। ਨਹੀਂ ਤਾਂ ਬਾਹਰੋਂ ਹਾਸਾ ਆ ਰਿਹਾ, ਅੰਦਰ ਤਾਂ ਸਾਡੇ ਚਿੰਤਾ ਰੂਪੀ ਦੁੱਖ ਸਾਡੇ ਮਨ ਨੂੰ ਜਕੜੀ ਬੈਠੇ ਆ। ਤੇ ਯਤਨ ਵੀ ਕਰਦਾ ਇਨਸਾਨ ਪਰ ਉਹਨਾਂ ਨੂੰ ਫਲ ਨਹੀਂ ਲੱਗਦਾ ਜਿੰਨਾ ਚਿਰ ਅਸੀਂ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖਿਆ ਲੈ ਕੇ ਜੋ ਗੁਰ ਕਹੈ ਸੋਈ ਭਲ ਮੰਨੋ, ਜਿੰਨਾ ਚਿਰ ਅਸੀਂ ਮੰਨਣ ਦੇ ਅੰਦਰ ਨਹੀਂ ਆਉਂਦੇ ਉਨਾ ਚਿਰ ਸਾਡੇ ਤੇ ਪੂਰਨ ਤੌਰ ਤੇ ਕਿਰਪਾ ਨਹੀਂ ਹੁੰਦੀ। ਪਰ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਪ੍ਰਭ ਕਿਰਪਾ ਤੇ ਹੋਈ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਕਹਿੰਦੇ ਜਿਨ੍ਹਾਂ ਤੇ ਫਿਰ ਮਾਲਿਕ ਦੀ ਖੁਸ਼ੀ ਹੁੰਦੀ ਹੈ ਤੇ ਉੱਥੇ ਹੁੰਦਾ ਕੀ ਆ? ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ।
ਉਹਨਾਂ ਦੇ ਮਨ ਦੇ ਅੰਦਰ ਆਪ ਆ ਕੇ ਮਾਲਕ ਆਸਣ ਲਾ ਲੈਂਦਾ। ਜਿਨ੍ਹਾਂ ਤੇ ਮਾਲਕ ਦੀ ਖੁਸ਼ੀ ਹੁੰਦੀ ਆ, ਪ੍ਰਭ ਸੋ ਪ੍ਰਸੰਨ, ਜਿਨ੍ਹਾਂ ਦੇ ਉੱਪਰ ਉਹ ਖੁਸ਼ ਹੁੰਦਾ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਪਰਮਾਤਮਾ ਦੀ ਦਇਆ ਦੇ ਨਾਲ ਸਾਡੀ ਜਿਹੜੀ ਮਤ ਆ ਉਹ ਉੱਤਮ ਮਤ ਹੋ ਜਾਂਦੀ ਹੈ। ਇੱਕ ਨੀਵੀਂ ਮਤ ਆ, ਇੱਕ ਮੱਧਮ ਮਤ ਆ, ਇੱਕ ਉੱਤਮ ਮਤ। ਉੱਤਮ ਮਤ ਜਦੋਂ ਮਾਲਕ ਦੀ ਦਇਆ ਦੇ ਨਾਲ ਕਿਸੇ ਇਨਸਾਨ ਦੀ ਹੁੰਦੀ ਆ, ਉਹਨੂੰ ਫਿਰ ਆਪਦੇ ਜੀਵਨ ਦੀ ਸੋਝੀ ਪ੍ਰਮਾਤਮਾ ਦਿੰਦਾ ਹੈ। ਕਿਉਂਕਿ ਉੱਤਮ ਮਤ ਸਾਡੀ ਕਾਹਦੇ ਨਾਲ ਹੋਣੀ ਹੈ? ਇੱਕ ਪਾਸੇ ਸੰਸਾਰ ਦਾ ਗਿਆਨ, ਇੱਕ ਪਾਸੇ ਸੰਸਾਰ ਦੀਆਂ ਪੜ੍ਹਾਈਆਂ ਨੇ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਜੀਵ ਜਾਂਦੇ ਨੇ। ਪਰ ਅੱਜ ਆਪਾਂ ਸੰਸਾਰ ਦੀ ਹਾਲਤ ਵੇਖੋ, ਜਿੱਥੇ ਇੱਕ ਘੱਟ ਪੜ੍ਹਿਆ ਲਿਖਿਆ ਜਾਂ ਜਿਹਨੂੰ ਅਨਪੜ੍ਹ ਲੋਕ ਕਹਿੰਦੇ ਨੇ ਉਹ ਦੁੱਖ ਭੋਗ ਰਹੇ ਆ, ਉੱਥੇ ਵੱਡੀਆਂ ਵੱਡੀਆਂ ਡਿਗਰੀਆਂ ਕੀਤੇ ਵਾਲੇ ਲੋਕ ਵੀ ਦੁੱਖ ਭੋਗ ਰਹੇ ਆ। ਕਿਉਂਕਿ ਉਹਨਾਂ ਦੀ ਉੱਤਮ ਮਤ ਨਹੀਂ ਹਜੇ ਹੋਈ। ਉਹਨਾਂ ਨੇ ਵਿੱਦਿਆ ਤਾਂ ਪ੍ਰਾਪਤ ਕਰ ਲਈ, ਪਰ ਵਿੱਦਿਆ ਦੀ ਵਿਚਾਰ ਨਾਲ ਨਹੀਂ ਜੁੜੇ। ਉਸ ਵਿੱਦਿਆ ਦੇ ਨਾਲ ਕੋਈ ਪਰਉਪਕਾਰ ਵਾਲਾ ਕੰਮ ਨਹੀਂ ਕੀਤਾ, ਸਗੋਂ ਪਾਪਾਂ ਦੀ ਮੱਤ ਇਕੱਠੀ ਕਰ ਲਈ। ਦੁਨੀਆ ਦਾ ਗਿਆਨ ਲੈ ਲਿਆ, ਉੱਚੇ ਅਹੁਦਿਆਂ ਤੇ ਪਹੁੰਚ ਗਏ, ਉਹਨਾਂ ਦਾ ਗਲਤ ਇਸਤੇਮਾਲ ਕਰ ਕਰਕੇ ਪਾਪਾਂ ਵਾਲੀ ਮੱਤ ਨੂੰ ਇਕੱਠਾ ਕਰ ਲਿਆ, ਗ੍ਰਹਿਣ ਕਰ ਲਿਆ। ਅੱਜ ਵੱਡੇ ਵੱਡੇ ਪੜ੍ਹੇ ਲਿਖੇ ਲੋਕ, ਆਫੀਸਰ ਲੋਕ, ਉਹਨਾਂ ਦੇ ਕੋਲੇ ਜਾ ਕੇ ਆਪਾਂ ਮਿਲੋ, ਕੋਈ ਵਿਰਲਾ ਵਿਰਲਾ ਭਾਵੇਂ ਹੋਵੇ, ਨਹੀਂ ਜ਼ਿਆਦਾਤਰ ਉਹ ਇੰਨੇ ਦੁੱਖ ਭੋਗ ਰਹੇ ਆ, ਇੰਨੇ ਚਿੰਤਾ ਦੇ ਅੰਦਰ ਆ, ਇੰਨੀ ਤ੍ਰਿਸ਼ਨਾ ਰੂਪੀ ਅਗਨ ਦੇ ਅੰਦਰ ਆ। ਉਹ ਲੁੱਟਣ ਲੱਗੇ ਕਿਸੇ ਗਰੀਬ ਤੇ, ਉਹਨਾਂ ਦੇ ਮਨ ਦੇ ਅੰਦਰ ਦਇਆ ਹੀ ਨਹੀਂ ਹੈ। ਉੱਤਮ ਮਤ ਥੋੜ੍ਹੋ ਹੋਈ, ਉਹ ਤਾਂ ਨੀਚ ਮਤ ਹੋ ਗਈ ਕਿ ਅਸੀਂ ਦੁਨੀਆ ਦੀ ਪੜ੍ਹਾਈ ਵੀ ਕਰ ਲਈ, ਆਫੀਸਰ ਵੀ ਬਣ ਗਏ, ਉੱਚੇ ਅਹੁਦਿਆਂ ਤੇ ਵੀ ਚਲੇ ਗਏ। ਉਸ ਵਿੱਦਿਆ ਨੂੰ ਪਰਉਪਕਾਰ ਵਾਲੇ ਪਾਸੇ ਨਹੀਂ ਲਾਇਆ। ਉਸ ਆਪਦੇ ਵਿੱਦਿਆ ਦੇ ਜਿਹੜਾ ਗੁਣਾ ਉਹਦੇ ਨਾਲ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ। ਤੇ ਪਾਤਸ਼ਾਹ ਦੀ ਬਾਣੀ ਕੀ ਸਮਝਾ ਰਹੀ ਹੈ? ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿ ਜਿਹਨੇ ਵਿੱਦਿਆ ਦੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਸਮਝਾ ਲਿਆ, ਉਹ ਇਨਸਾਨ ਪਰਉਪਕਾਰੀ ਬਣਨਗੇ। ਐਸਾ ਹੀ ਆਲਜ ਧਰਮ ਦੀ ਵਿੱਦਿਆ ਵਾਲੇ ਲੋਕਾਂ ਦਾ, ਜਿਨ੍ਹਾਂ ਨੇ ਧਰਮ ਦੀ ਵਿੱਦਿਆ ਲੈ ਕੇ ਲੋਕਾਂ ਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਨੀ ਸੀ, ਆਪ ਠੀਕ ਰਸਤੇ ਤੇ ਚੱਲਣਾ ਸੀ। ਉਹਨਾਂ ਨੇ ਵੀ ਧਰਮ ਦੀ ਵਿੱਦਿਆ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਦਾ ਹੀ ਕੰਮ ਸ਼ੁਰੂ ਕੀਤਾ ਹੋਇਆ। ਤੇ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਪ੍ਰਭੂ ਦਇਆ ਤੇ ਮਤ ਉੱਤਮ ਹੋਏ। ਜਿਹੜੇ ਫਿਰ ਇਨਸਾਨ ਦੁਨੀਆ ਦੀ ਵਿੱਦਿਆ ਦੇ ਨਾਲ ਨਾਲ ਧਰਮ ਦੀ ਵਿੱਦਿਆ ਲੈ ਕੇ ਚੱਲੇ, ਉਹਨਾਂ ਨੇ ਇਹ ਵੀ ਦੇਖਿਆ ਕਿ ਦੋ ਪੱਖ ਨੇ, ਇੱਕ ਸੰਸਾਰ ਹੈ, ਦੂਸਰੇ ਪਾਸੇ ਨਿਰੰਕਾਰ ਹੈ। ਧਨ ਦੀਆਂ ਲੋੜਾਂ ਵਾਸਤੇ ਸੰਸਾਰ ਦੀ ਵਿੱਦਿਆ ਦੀ ਲੋੜ ਆ, ਸੰਸਾਰ ਦੇ ਕਰਮ ਦੀ ਲੋੜ ਆ, ਪਰ ਮਨ ਦੀ ਸ਼ਾਂਤੀ ਵਾਸਤੇ ਧਰਮ ਦੀ ਵਿੱਦਿਆ ਦੀ ਲੋੜ ਆ, ਪ੍ਰਭੂ ਦੇ ਨਾਮ ਦੀ ਵਿੱਦਿਆ ਦੀ ਲੋੜ ਆ। ਜਿਨ੍ਹਾਂ ਨੇ ਫਿਰ ਦੋਨੋਂ ਪੱਖ ਲੈ ਕੇ ਚੱਲੇ, ਉਹ ਮਾਲਿਕ ਦੀ ਦਇਆ ਦੇ ਪਾਤਰ ਬਣੇ। ਪ੍ਰਭ ਦਇਆ ਤੇ ਮਤ ਉੱਤਮ ਹੋਏ। ਉਹਨਾਂ ਦੀ ਮਤ ਇੰਨੀ ਉੱਤਮ ਹੋ ਜਾਂਦੀ ਆ, ਉਹ ਹਰੇਕ ਇਨਸਾਨ ਦੇ ਅੰਦਰ ਪਰਮਾਤਮਾ ਦੀ ਜੋਤ ਵੇਖਦੇ ਆ। ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਹ ਇਸ ਵਿੱਦਿਆ ਦੇ ਨਾਲ ਪਰਉਪਕਾਰ ਵਾਲੇ ਕਰਮ ਕਰਦੇ ਆ। ਉਹਨਾਂ ਦੀ ਮਤ ਇੰਨੀ ਉੱਤਮ ਹੋ ਗਈ, ਭੇਦ ਉਹਨਾਂ ਨੂੰ ਆ ਗਿਆ ਕਿ ਆਹ ਸੰਸਾਰ ਦੇ ਵਿੱਚੋਂ ਜਿੰਨਾ ਮਰਜ਼ੀ ਅਸੀਂ ਆ ਧਨ ਪਦਾਰਥ ਇਕੱਠਾ ਕਰ ਲਈਏ, ਬਿਨਾਂ ਪ੍ਰਭੂ ਦੇ ਨਾਮ ਤੋਂ ਤੇ ਕੀਤੀਆਂ ਹੋਈਆਂ ਚੰਗਿਆਈਆਂ ਤੋਂ ਸਾਡਾ ਕੋਈ ਸਾਥ ਦੇਣ ਵਾਲੀ ਵਸਤੂ ਨਹੀਂ। ਉਹਨਾਂ ਦੀ ਮਤ ਇੰਨੀ ਉੱਤਮ ਹੋ ਗਈ, ਉਹ ਜਿਹੜੇ ਕਾਰਜ ਵਾਸਤੇ ਉਹਨਾਂ ਨੂੰ ਮਾਲਿਕ ਨੇ ਪ੍ਰਭੂ ਦਾ ਨਾਮ ਆ, ਪਰਮਾਤਮਾ ਨੇ ਆ ਮਾਨਸ ਦੀ ਦੇਹੀ ਦਿੱਤੀ ਆ, ਉਸ ਕਾਰਜ ਦੀ ਸਫਲਤਾ ਵਾਸਤੇ ਕਰਮ ਕਰਦੇ ਆ। ਦੁਨੀਆ 'ਚ ਰਹਿੰਦੇ ਹੋਏ, ਕਰਮ ਕਰਦੇ ਹੋਏ, ਉਸ ਪਰਮਾਤਮਾ ਦੀ ਬੰਦਗੀ ਕਰ ਕਰਕੇ ਮਤ ਨੂੰ ਉੱਤਮ ਕਰ ਲਿਆ। ਇੰਨੀ ਉੱਚੀ ਚੁੱਕ ਲਿਆ ਮਤ ਨੂੰ ਕਿ ਜਦੋਂ ਅਸੀਂ ਆ ਸੰਸਾਰ ਛੱਡਣਾ,
एक भी संसार दी किसी पदार्थ दा माया दी पकड़ साडे मन नूं ना फड़ सके कि बार बार असी इसे संसार दे अंदर दुख भोगते रहिए ते जन्म मरण दे चक्कर च रहिए। उन्होंने अपना जीवन कमल दे फुल वांगू बना के रखिया। जां मगराबी दी आपां नूं गुरबाणी अंदर उदाहरण दिती गई है। वो पानी दे अंदर रहिंदी आ, पानी दे अंदरों आपदी खुराक खांदी आ, पर जदों चित करदा खंभ नहीं भिजण दिंदी, पानी च उडारी मार जांदी है। कमल दा फल जिथे मर्जी खड़ा होवे आपदी महक नहीं छड्डदा, निर्लेप होके रहिंदा गंदगी तो। इसे तरह जिन्हां इंसानां ने परमात्मा दी दया दे पात्र बन के मत नूं उत्तम कर लिया, मत विच रतन जवाहर माणक जे एक गुर की सिख सुनी, वो संसार दे अंदर रहिंदे होए, संसार दे विकारां च रहिंदे होए, संसार दे मोह दे जाल च रहिंदे होए अपने आप नूं निर्लेप रखदे आ। भेद आ गया कि जे इस संसार दी पकड़ साडे मन ने कर ली तां दुआरा दुआरा इत्थे ही सानूं जन्म मरण दे चक्कर च दुख भोगने पैणगे। ਉਹ फिर उत्तम मत दे पात्र बन गए ਜਿਹੜੇ कर्म वास्ते सानू जिहदे वास्ते प्रभु ने ये मानस का जन्म दिता कि भई प्राप्त मानुख दे हुरीया गोबिंद मिलन की ये तेरी बरीआ। उन्हां दे फिर जिन्ने भी आ धन पदार्थ ने वो आपदे नहीं समझते, वो परमात्मा की दात समझते आ। सर्ब निधान प्रभ तेरी मैया आपो कछू ना किन्हो लिया कि ये मालिक जिन्ने आ खजाने ने ये तां तेरी मैया तेरी किरपा है। असी आपदी मत दे नाल किसी चीज की प्राप्ति नहीं कर सकते। जित जित लाभो तित लगे हर नाथ, नानक इनके कछू ना साथ। जिन्हां दी मत उत्तम होगी वो फिर आ जिन्ना मर्जी संसार दा उन्हां कोले खजाना पदार्थ वो परमात्मा की दात समझते हैं। मन नूं नीवा रख के चलते हैं कि साडा कीता नहीं कुछ हो रहा, ये तो सब प्रभु दीयां बरकतां ने जो सानूं दित्तियां जा रही। जित जित लाभो तित लगे हर नाथ। वो दूसरियां वल वेख के उन्हां दी निंदिया नहीं करते, वो हुक्म च रहिंदे आ कि जिथे जिथे परमात्मा ने किसी जीव नूं लाया वो लगे हुए आ। नानक इनके कछू ना हाथ। वो किसी दे माड़े कर्म वेख के नफरत नहीं करनगे, निंदिया नहीं करनगे। भेद आ गया कि इंसान दे हथ च कुछ है ही नहीं। बस जेड़े जीव नूं इस गल दा पता लग गया कि करे कराए आप प्रभ सब कुछ तिसके हाथ। जो भी संसार दे अंदर खेड चल रहा वो एक मालिक दी शक्ति दे अंदर चल रहा, वो फिर उहदे हुक्म दे अंदर आ जांदे आ। ते जेड़े फिर हुक्म नूं मन लेंदे आ, हुक्म मन्निया हो गए प्रवान। खसमे का महल पाए सी वो अपने मालिक दे महल दे अंदर जा वड़दे आ, जिसनूं आपां रोज पढ़दे आ, निज घर महल पावो सुख सहजे बोहर न होई गो फेरा। इस करके आपां यतन करना हुंदा, चाहे आपां प्रभु दे गुण गाउंदे आ, बाणी पढ़ के उस्तत करदे आ, चाहे आपां कथा कीर्तन कोई करदा, चाहे प्रभु का नाम जपदा, ते ये परमात्मा दे भै च रहना चाहिए। हंकार तो रहत होके कि ये मालकी करा रहा। आप जपाए जपे सो नाओ, आप गवाए सो हर गुण गाओ। आओ फिर आपां बाकी का समा हुण गुरमंत्र का अभ्यास करिए। हाँ जी, करो जी शुरू। वाह गुरु वाह गुरु वाह गुरु